ਸਤਿ ਸ਼੍ਰੀ ਅਕਾਲ ਜੀ। ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਨਾਰਥ ਅਮਰੀਕਾ ਨਿਊਜ਼ ਦੇ ਵਿੱਚ ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ। ਸ਼ੁਰੂਆਤ ਵਿੱਚ ਇੱਕ ਨਜ਼ਰ ਮਾਰ ਲੈਂਦੇ ਹਾਂ ਖਾਸ ਖਬਰਾਂ ਤੇ। ਪੁਲਿਸ ਅਧਿਕਾਰੀ ਵੱਲੋਂ ਜਾਰਜ ਫਲੋਇਡ ਦਾ ਕਥਿਤ ਤੌਰ ਤੇ ਕਤਲ ਕੀਤੇ ਜਾਣ ਤੋਂ ਬਾਅਦ ਅਮਰੀਕਾ ਭਰ ਵਿੱਚ ਰੋਸ ਮੁਜ਼ਾਹਰੇ ਜਾਰੀ। ਬੋਸਟਨ ਤੋਂ ਲੈ ਕੇ ਸੈਨ ਫਰਾਂਸਿਸਕੋ ਤੱਕ ਭਖੇ ਹੋਏ ਨੇ ਮੁਜ਼ਾਹਰੇ। ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲੌਂਗ ਟਰਮ ਕੇਅਰ ਹੋਮਸ ਵਿੱਚ ਪੈਦਾ ਹੋਏ ਸੰਕਟ ਨਾਲ ਸਿੱਝਣ ਲਈ ਦਿੱਤਾ ਗਿਆ ਸੁਝਾਅ। ਲੀਡਰਸ਼ਿਪ ਦਾ ਮੁਜ਼ਾਹਰਾ ਕਰਨ ਅਤੇ ਸ਼ਕਤੀਆਂ ਦੀ ਢੁਕਵੀਂ ਵਰਤੋਂ ਕਰਨ ਦੀ ਦਿੱਤੀ ਸਲਾਹ। ਕੈਮਲੂਪਸ ਦੇ ਰਿਹਾਇਸ਼ੀ ਇਲਾਕੇ ਵਿੱਚ ਹੋਏ ਸਨੋਬਰਡ ਜੈਟ ਹਾਦਸੇ ਬਾਰੇ ਜਾਂਚ ਦੀ ਰਿਪੋਰਟ ਆਈ ਸਾਹਮਣੇ। ਇੱਕ ਪੰਛੀ ਦੇ ਜਹਾਜ਼ ਨਾਲ ਟਕਰਾਉਣ ਕਾਰਨ ਵਾਪਰਿਆ ਸੀ ਹਾਦਸਾ। BC ਦੀ ਸੂਬਾਈ ਸਿਹਤ ਅਧਿਕਾਰੀ ਨੇ ਦਿੱਤੀ ਚੇਤਾਵਨੀ। ਕਿਹਾ ਕੋਵਿਡ-19 ਵਾਇਰਸ ਆਸ-ਪਾਸ ਮੌਜੂਦ, ਅਸੀਂ ਇਸ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੋਏ। ਲੋਕਾਂ ਨੂੰ ਸਾਵਧਾਨੀ ਵਰਤਣ ਦੀ ਕੀਤੀ ਅਪੀਲ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੁਲਿਸ ਅਧਿਕਾਰੀ ਵੱਲੋਂ ਜਾਰਜ ਫਲੋਇਡ ਦਾ ਕਥਿਤ ਤੌਰ ਤੇ ਕਤਲ ਕੀਤੇ ਜਾਣ ਤੋਂ ਬਾਅਦ ਅਮਰੀਕਾ ਭਰ ਵਿੱਚ ਸ਼ੁਰੂ ਹੋਏ ਰੋਸ ਮੁਜ਼ਾਹਰੇ ਰੁਕਣ ਦਾ ਨਾਮ ਨਹੀਂ ਲੈ ਰਹੇ। ਪੂਰੇ ਅਮਰੀਕਾ ਵਿੱਚ ਮੁਜ਼ਾਹਰਾਕਾਰੀਆਂ ਨੇ ਰੋਸ ਪ੍ਰਦਰਸ਼ਨ ਕੀਤੇ ਨੇ। ਇੱਕਾ-ਦੁੱਕਾ ਥਾਵਾਂ ਤੇ ਹਿੰਸਕ ਵਾਰਦਾਤਾਂ ਨੂੰ ਹੀ ਅੰਜਾਮ ਦਿੱਤਾ ਗਿਆ ਹੈ। ਇਸ ਘਟਨਾ ਤੋਂ ਇੱਕ ਹਫ਼ਤੇ ਬਾਅਦ ਮਿਨੀਪੋਲਿਸ ਵਿੱਚ ਵੀ ਮੁਜ਼ਾਹਰਾ ਕਰ ਰਹੇ ਲੋਕਾਂ ਤੇ ਇੱਕ ਟਰੱਕ ਡਰਾਈਵਰ ਨੇ ਜਾਣਬੁੱਝ ਕੇ ਟਰੱਕ ਚੜਾਉਣ ਦੀ ਕੋਸ਼ਿਸ਼ ਕੀਤੀ, ਪਰ ਅਧਿਕਾਰੀਆਂ ਅਨੁਸਾਰ ਕਿਸੇ ਵੀ ਮੁਜ਼ਾਹਰਾਕਾਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਮਿਨੀਸੋਟਾ ਸਟੇਟ ਪੈਟਰੋਲ ਵੱਲੋਂ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਕਿ ਡਰਾਈਵਰ ਮੁਜ਼ਾਹਰਾਕਾਰੀਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਬੋਸਟਨ ਤੋਂ ਲੈ ਕੇ ਸੈਨ ਫਰਾਂਸਿਸਕੋ ਤੱਕ ਇਸ ਮੁੱਦੇ ਨੂੰ ਲੈ ਕੇ ਮੁਜ਼ਾਹਰੇ ਭਖੇ ਹੋਏ ਨੇ। ਜਿਸ ਅਧਿਕਾਰੀ ਨੇ ਕਈ ਮਿੰਟਾਂ ਤੱਕ ਫਲੋਇਡ ਦੇ ਗਲੇ ਤੇ ਗੋਡਾ ਟਿਕਾਈ ਰੱਖਿਆ, ਉਸ ਤੇ ਕਤਲ ਦਾ ਚਾਰਜ ਲਾਇਆ ਗਿਆ ਹੈ, ਪਰ ਮੁਜ਼ਾਹਰਾਕਾਰੀਆਂ ਦੀ ਮੰਗ ਹੈ ਕਿ ਮੌਕੇ ਤੇ ਮੌਜੂਦ ਬਾਕੀ ਦੇ 3 ਅਧਿਕਾਰੀਆਂ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹਿੰਸਕ ਮੁਜ਼ਾਹਰਿਆਂ ਦੌਰਾਨ ਮਿਨੀਪੋਲਿਸ ਵਿੱਚ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਨੂੰ ਰੋਕਣ ਦੇ ਲਈ ਮਿਨੀਸੋਟਾ ਦੇ ਗਵਰਨਰ ਵੱਲੋਂ ਹਜ਼ਾਰਾਂ ਨੈਸ਼ਨਲ ਗਾਰਡ ਵੀ ਸੋਲਜਰਸ ਦੀ ਮਦਦ ਲਈ ਜਾ ਰਹੇ ਨੇ। ਸਟੇਟ ਪੈਟਰੋਲਮੈਨ ਤੇ ਨੈਸ਼ਨਲ ਗਾਰਡ ਸੋਲਜਰਸ ਵੱਲੋਂ ਮੁਜ਼ਾਹਰਾਕਾਰੀਆਂ ਦੀ ਹਿੰਸਾ ਨੂੰ ਰੋਕਣ ਲਈ ਤਾਕਤ ਦਾ ਮੁਜ਼ਾਹਰਾ ਕੀਤਾ ਗਿਆ। ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਪੇਪਰ ਪੌਟਸ ਅਤੇ ਫਲੈਸ਼ ਬੈਂਗਸ ਵੀ ਛੱਡੇ, ਪਰ ਮੁਜ਼ਾਹਰਾਕਾਰੀ ਆਪਣੀ ਥਾਂ ਤੋਂ ਨਹੀਂ ਹਿੱਲੇ। ਅਮਰੀਕਾ ਦੇ ਮਿਨੀਸੋਟਾ ਵਿੱਚ ਇੱਕ ਮੈਡੀਕਲ ਜਾਂਚਕਰਤਾ ਨੇ ਗੈਰ ਗੋਰੇ ਅਮਰੀਕੀ ਅਫਰੀਕੀ ਨਾਗਰਿਕ ਜਾਰਜ ਫਲੋਇਡ ਦੀ ਹੱਤਿਆ ਦੀ ਪੁਸ਼ਟੀ ਕੀਤੀ ਹੈ। ਹੈਨੇਪਿਨ ਕਾਉਂਟੀ ਮੈਡੀਕਲ ਜਾਂਚਕਰਤਾ ਨੇ ਰਿਪੋਰਟ ਵਿੱਚ ਕਿਹਾ ਹੈ ਕਿ ਜਾਰਜ ਦੀ ਗਰਦਨ ਤੇ ਦਬਾਅ ਪੈਣ ਤੋਂ ਬਾਅਦ ਅਚਾਨਕ ਉਸ ਦੇ ਦਿਲ ਦੀ ਧੜਕਣ ਰੁਕ ਗਈ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਜਾਰਜ ਦਾ ਗਲਾ ਲੰਮੇ ਸਮੇਂ ਤੱਕ ਘੁੱਟਿਆ ਗਿਆ, ਇਸ ਦੇ ਕਾਰਨ ਉਸ ਨੂੰ ਦਿਲ ਦਾ ਦੌਰਾ ਪਿਆ। ਜ਼ਿਕਰਯੋਗ ਹੈ ਕਿ 25 ਮਈ ਨੂੰ ਅਮਰੀਕਾ ਦੇ ਮਿਨੀਪੋਲਿਸ ਵਿੱਚ ਇੱਕ ਨਿਹੱਥੇ ਗੈਰ ਗੋਰੇ ਅਮਰੀਕੀ ਅਫਰੀਕੀ ਜਾਰਜ ਫਲੋਇਡ ਦੀ ਗੋਰੇ ਪੁਲਿਸ ਅਧਿਕਾਰੀ ਦੇ ਹੱਥੋਂ ਮੌਤ ਹੋਈ। ਜਾਰਜ ਵਾਰ-ਵਾਰ ਪੁਲਿਸ ਵਾਲਿਆਂ ਨੂੰ ਕਹਿੰਦਾ ਰਿਹਾ ਕਿ ਉਸ ਨੂੰ ਸਾਹ ਨਹੀਂ ਆ ਰਿਹਾ, ਪਰ ਪੁਲਿਸ ਅਧਿਕਾਰੀ ਨੇ ਉਸ ਦੀ ਗਰਦਨ ਨੂੰ ਆਪਣੇ ਗੋਡੇ ਹੇਠ ਦੱਬ ਕੇ ਰੱਖਿਆ। ਇਸ ਕਾਰਨ ਜਾਰਜ ਦੀ ਮੌਤ ਹੋ ਗਈ। ਇਸ ਨੂੰ ਲੋਕ ਨਸਲੀ ਹਿੰਸਾ ਦਾ ਮਾਮਲਾ ਮੰਨ ਰਹੇ ਨੇ। ਦੋਸ਼ੀ ਪੁਲਿਸ ਅਧਿਕਾਰੀ ਹਿਰਾਸਤ ਵਿੱਚ ਹੈ ਤੇ ਉਸ ਨੂੰ ਅਗਲੇ ਹਫ਼ਤੇ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਜਾਰਜ ਦੀ ਮੌਤ ਤੋਂ ਬਾਅਦ ਅਮਰੀਕਾ ਸਣੇ ਜਰਮਨੀ, ਕੈਨੇਡਾ, ਆਇਰਲੈਂਡ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ। ਅਮਰੀਕਾ ਦੇ 40 ਤੋਂ ਵਧੇਰੇ ਸ਼ਹਿਰਾਂ ਵਿੱਚ ਪ੍ਰਦਰਸ਼ਨ ਜਾਰੀ ਹੈ। ਅਫਰੀਕੀ ਮੂਲ ਦੇ ਅਮਰੀਕੀ ਨਾਗਰਿਕ ਜਾਰਜ ਫਲੋਇਡ ਦੀ ਪੁਲਿਸ ਹਿਰਾਸਤ ਵਿੱਚ ਮੌਤ ਸੰਬੰਧੀ ਚੱਲ ਰਿਹਾ ਪ੍ਰਦਰਸ਼ਨ ਤੇਜ਼ ਹੁੰਦਾ ਜਾ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਹਿੰਸਕ ਪ੍ਰਦਰਸ਼ਨ ਨਾ ਰੁਕਣ ਤੇ ਫੌਜ ਤਾਇਨਾਤ ਕਰਨ ਦੀ ਧਮਕੀ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਉਹ ਆਪਣੀ ਰਾਜਧਾਨੀ ਵਾਸ਼ਿੰਗਟਨ DC ਦੀ ਸੁਰੱਖਿਆ ਲਈ ਵੱਡਾ ਕਦਮ ਚੁੱਕਣਗੇ। ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਜਾਰਜ ਫਲੋਇਡ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ ਤੇ ਸਾਰੇ ਅਮਰੀਕੀ ਇਸ ਨਾਲ ਦੁਖੀ ਨੇ ਤੇ ਉਹਨਾਂ ਦੇ ਮਨ ਵਿੱਚ ਵੀ ਗੁੱਸਾ ਹੈ। ਜਾਰਜ ਤੇ ਉਸਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਵਿੱਚ ਕੋਈ ਕਮੀ ਨਹੀਂ ਆਵੇਗੀ। ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਨਿਆਂ ਮਿਲੇਗਾ। ਹਾਲਾਤ ਨੂੰ ਕਾਬੂ ਕਰਨ ਦੇ ਲਈ ਅਮਰੀਕਾ ਵਿੱਚ ਨੈਸ਼ਨਲ ਗਾਰਡ ਦੀ ਤਾਇਨਾਤੀ ਪਹਿਲਾਂ ਹੀ ਕਰ ਦਿੱਤੀ ਗਈ ਹੈ। ਪ੍ਰਦਰਸ਼ਨਕਾਰੀਆਂ ਦੇ ਹਿੰਸਕ ਹੋਣ ਕਾਰਨ ਹਜ਼ਾਰਾਂ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਕਰੀਬ 40 ਸ਼ਹਿਰਾਂ ਵਿੱਚ ਕਰਫਿਊ ਵੀ ਲਾਇਆ ਹੋਇਆ ਹੈ। ਸ਼ਨੀਵਾਰ ਰਾਤ ਨੂੰ 44 ਸਾਲਾ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ਦੀ ਹੈਮਿਲਟਨ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਦੌਰਾਨ ਜਦੋਂ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਸਨ ਤਾਂ ਉਹਨਾਂ ਨੂੰ ਜ਼ਖਮੀ ਹਾਲਤ ਵਿੱਚ ਜ਼ਮੀਨ ਤੇ ਪਿਆ ਵਿਅਕਤੀ ਮਿਲਿਆ। ਇੰਜ ਨਜ਼ਰ ਆ ਰਿਹਾ ਸੀ ਜਿਵੇਂ ਉਸਦੇ ਗੋਲੀਆਂ ਲੱਗੀਆਂ ਨੇ, ਉਸਦੇ ਜ਼ਖਮਾਂ ਵਿੱਚੋਂ ਖੂਨ ਨਿਕਲ ਰਿਹਾ ਸੀ। ਐਮਰਜੈਂਸੀ ਅਮਲੇ ਨੇ ਉਸ ਵਿਅਕਤੀ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਹੇ। ਕੁਝ ਦੇਰ ਬਾਅਦ ਉਸ ਨੂੰ ਨੇੜਲੇ ਲੋਕਲ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਵੱਲੋਂ ਚਸ਼ਮਦੀਦ ਗਵਾਹਾਂ ਨੂੰ ਅੱਗੇ ਆਉਣ ਦੀ ਹੁਣ ਅਪੀਲ ਕੀਤੀ ਗਈ ਹੈ। ਫਿਲਹਾਲ ਪੁਲਿਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ। ਉਹਨਾਂ ਵੱਲੋਂ ਲੋਕਾਂ ਦਾ ਸਹਿਯੋਗ ਵੀ ਮੰਗਿਆ ਗਿਆ ਹੈ। ਵੁਡਬ੍ਰਿਜ ਲੌਂਗ ਟਰਮ ਕੇਅਰ ਹੋਮ ਦੇ 18 ਮਰੀਜ਼ਾਂ ਨੂੰ ਜੋ ਕਿ ਕੋਵਿਡ-19 ਪੋਜ਼ਿਟਿਵ ਆਏ ਸਨ, ਉਹਨਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਪੈਰਾਮੈਡਿਕਸ ਵੱਲੋਂ ਸਟੀਲਜ਼ ਐਵੇਨਿਊ ਅਤੇ ਮਾਰਟਿਨ ਗਰੋ ਰੋਡ ਤੇ ਸਥਿਤ ਵੁਡਬ੍ਰਿਜ ਵਿਸਟਾ ਕੇਅਰ ਕਮਿਊਨਿਟੀ ਦੇ 18 ਮਰੀਜ਼ਾਂ ਨੂੰ ਯਾਰਕ ਰੀਜਨ ਦੇ ਬਾਹਰ ਸਥਿਤ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ ਹੈ। ਇਸ ਹੋਮ ਦੀ ਆਪਰੇਟਰ ਵੱਲੋਂ ਜਾਰੀ ਬਿਆਨ ਦੇ ਅਨੁਸਾਰ ਜਿਸ ਤਰ੍ਹਾਂ ਦੀ ਕੇਅਰ ਦੀ ਸੀਨੀਅਰਸ ਨੂੰ ਲੋੜ ਸੀ, ਮੁਹੱਈਆ ਨਹੀਂ ਕਰਵਾਈ ਜਾ ਰਹੀ ਸੀ। ਇਸ ਲਈ ਉਹਨਾਂ ਵੱਲੋਂ ਮਰੀਜ਼ਾਂ ਨੂੰ ਸ਼ਿਫਟ ਕਰਨ ਲਈ ਬਰੈਂਪਟਨ ਦੇ ਵਿਲੀਅਮ ਆਸਲਰ ਹੈਲਥ ਸਿਸਟਮ ਤੇ ਹਾਲਟਨ ਹੈਲਥ ਕੇਅਰ
ਸਰਵਿਸਿਜ਼ ਦੀਆਂ ਓਕਵਿਲੇ ਤੇ ਮਿਲਟਨ ਸਾਈਟਸ ਨਾਲ ਰਲ ਕੇ ਕੰਮ ਕੀਤਾ ਜਾ ਰਿਹਾ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਸਾਰਿਆਂ ਵੱਲੋਂ ਦਿੱਤੇ ਸਹਿਯੋਗ ਦੇ ਉਹ ਸ਼ੁਕਰਗੁਜ਼ਾਰ ਨੇ। ਇਸ ਦੌਰਾਨ ਸੀਨਾ ਸੀਨੀਅਰ ਲਿਵਿੰਗ ਦੇ ਐਗਜ਼ੈਕਟਿਵ ਵਾਈਸ ਪ੍ਰੈਜ਼ੀਡੈਂਟ ਆਪਰੇਸ਼ਨਜ਼ ਜੋਇਨ ਡਾਕਮੈਨ ਨੇ ਕਿਹਾ ਹੈ ਕਿ ਮਹਾਮਾਰੀ ਨਾਲ ਨਜਿੱਠਣਾ ਕਾਫੀ ਔਖਾ ਹੋਇਆ ਪਿਆ ਹੈ। ਉਹਨਾਂ ਵੱਲੋਂ ਹਰ ਚੀਜ਼ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਯਾਰਕ ਰੀਜਨਲ ਪਬਲਿਕ ਹੈਲਥ ਅਨੁਸਾਰ ਕੋਵਿਡ-19 ਆਊਟਬ੍ਰੇਕ ਇੱਥੇ 7 ਮਈ ਨੂੰ ਐਲਾਨੀ ਗਈ ਸੀ। 244 ਬੈੱਡ ਵਾਲੀ ਇਸ ਫੈਸਿਲਿਟੀ ਦੇ 85 ਮਰੀਜ਼, ਇਹਨਾਂ ਵਿੱਚੋਂ 18 ਨੂੰ ਹਸਪਤਾਲਾਂ ਵਿੱਚ ਟ੍ਰਾਂਸਫਰ ਕੀਤਾ ਗਿਆ ਹੈ ਤੇ ਹੁਣ ਤੱਕ ਕੋਵਿਡ-19 ਪੋਜ਼ਿਟਿਵ ਆ ਚੁੱਕੇ ਨੇ। 17 ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ। ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਪ੍ਰੋਵਿੰਸ ਦੇ ਲੌਂਗ ਟਰਮ ਕੇਅਰ ਹੋਮਸ ਵਿੱਚ ਪੈਦਾ ਹੋਏ ਸੰਕਟ ਨਾਲ ਸਿੱਝਣ ਦੇ ਲਈ ਲੀਡਰਸ਼ਿਪ ਦਾ ਮੁਜ਼ਾਹਰਾ ਕਰਨ ਅਤੇ ਆਪਣੀਆਂ ਸ਼ਕਤੀਆਂ ਦੀ ਢੁਕਵੀਂ ਵਰਤੋਂ ਕਰਨ। ਜਗਮੀਤ ਸਿੰਘ ਨੇ ਕਿਹਾ ਹੈ ਕਿ ਉਹ ਚਾਹੁੰਦੇ ਨੇ ਕਿ ਓਨਟਾਰੀਓ ਤੇ ਕਿਊਬਿਕ ਦੀਆਂ ਕੁਝ ਲੌਂਗ ਟਰਮ ਕੇਅਰ ਫੈਸਿਲਿਟੀਜ਼ ਬਾਰੇ ਫੌਜ ਵੱਲੋਂ ਨਸ਼ਰ ਕੀਤੀਆਂ ਗਈਆਂ ਗੰਭੀਰ ਰਿਪੋਰਟਸ ਤੋਂ ਬਾਅਦ ਇਹਨਾਂ ਫੈਸਿਲਿਟੀਜ਼ ਦੇ ਹਾਲਾਤ ਨੂੰ ਸੁਧਾਰਨ ਲਈ ਪ੍ਰਧਾਨ ਮੰਤਰੀ ਕੌਮੀ ਮਾਪਦੰਡ ਅਪਣਾਉਣ। ਇਸ ਲਈ ਫੈਡਰਲ ਸਰਕਾਰ ਅਜਿਹੀਆਂ ਫੈਸਿਲਿਟੀਜ਼ ਦੀ ਫੰਡਿੰਗ ਵਿੱਚ ਵੀ ਵਾਧਾ ਕਰ ਸਕਦੀ ਹੈ। ਪਿਛਲੇ ਕਈ ਦਹਾਕਿਆਂ ਤੋਂ ਅਜਿਹੀਆਂ ਫੈਸਿਲਿਟੀਜ਼ ਲਈ ਜਿਹੜੇ ਫੰਡ ਹੁੰਦੇ ਸਨ ਉਹ 50-50 ਤੋਂ ਘੱਟ ਕੇ 80-20 ਰਹਿ ਗਏ ਨੇ ਅਤੇ ਹੈਲਥ ਕੇਅਰ ਫੰਡਸ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਲੌਂਗ ਟਰਮ ਕੇਅਰ ਵੀ ਉਹਨਾਂ ਸਿਧਾਂਤਾਂ ਤੇ ਚੱਲਣ ਜਿਨ੍ਹਾਂ ਤੇ ਕੈਨੇਡਾ ਹੈਲਥ ਐਕਟ ਕਾਇਮ ਹੈ। ਇਸ ਦੇ ਨਾਲ ਇਹ ਪੱਕਾ ਕੀਤਾ ਜਾ ਸਕਦਾ ਹੈ ਕਿ ਸਾਡੇ ਸੀਨੀਅਰਸ ਨੂੰ ਮਿਆਰੀ ਹੈਲਥ ਕੇਅਰ ਮਿਲ ਰਹੀ ਹੈ। There's no question about it. We've heard from the previous health minister, Dr. Philpott, who said absolutely the federal government has a role to play. And I've been calling on the Prime Minister to show some leadership, that it's not enough to say that he's willing to sit back and wait for provinces to act, but the federal government can play a role. And a couple of the key ways that we can play a role, first off, the federal government can increase funding to long-term care. The health transfers over the decades have been going downwards, have reduced. Long-term care is rolled under the same principles as the Canada Health Act to ensure that we're getting quality care for seniors. Well, we saw the military go into long-term care homes. The situation, the conditions for seniors was appalling. It's not enough for the federal government to throw up its hands and make excuses. It's necessary for the federal government to play a role, to call for things, to say, well, we believe that there should be no profit in long-term care. The military pointed out what you described. Needles were reused. Needles were reused from patient to patient. I mean, these are appalling practices, and it was clearly cited by the military report that staff was afraid to use essential vital equipment because they were afraid of the cost. Clearly, it's become evident that cost and profit should have no place in the care of vulnerable seniors. So we need the federal government to play a role, to call out the problems with profit, to say that they're willing to establish some national standards, some care guarantees, and working with provinces, let's establish those and then increase funding. ਪੀਲ ਰੀਜਨ ਦੇ ਚੀਫ ਮੈਡੀਕਲ ਅਧਿਕਾਰੀ ਡਾਕਟਰ ਲਾਰੈਂਸ ਲੌ ਵੱਲੋਂ ਪ੍ਰੋਵਿੰਸ ਦੇ ਨਵੇਂ ਫਰੇਮਵਰਕ ਬਾਰੇ ਕਾਉਂਸਲਰ ਮਾਰਟਿਨ ਮੈਡਰੋਸ ਦੇ ਨਾਲ ਗੱਲਬਾਤ ਕੀਤੀ ਗਈ, ਜਿੱਥੇ ਡਾਕਟਰ ਲਾਰੈਂਸ ਨੇ ਦੱਸਿਆ ਕਿ ਸਭ ਤੋਂ ਅਹਿਮ ਟੈਸਟ ਕੈਪੈਸਿਟੀ ਵਧਾਉਣਾ ਹੈ। ਇਸ ਦੇ ਨਾਲ ਵੱਧ ਤੋਂ ਵੱਧ ਕੇਸ ਟ੍ਰੇਸ ਕੀਤੇ ਜਾ ਸਕਣਗੇ ਅਤੇ ਲੋਕ ਸੁਰੱਖਿਅਤ ਰਹਿ ਸਕਣਗੇ। ਉਹਨਾਂ ਲੋਕਾਂ ਨੂੰ ਵੀ ਸਾਵਧਾਨੀ ਵਰਤਣ ਲਈ ਕਿਹਾ। Thank you, Dr. Lowe. In terms of our current status, and you gave an update, an excellent presentation today at Regional Council. Can you give us a little bit of what you shared with us at the Regional Council? Yeah, absolutely. Thanks, Councillor Medeiros. So really, we know that the province has a framework, which is a provincial framework around reopening. And they specify 4 main criteria that you need to be looking at in order to inform any decisions around how we reopen or how we start to expand our bubbles here in the province of Ontario. And those are viral spread and containment, healthcare system capacity, tracing capacity, and testing capacity. And so, as you know, when it comes to this virus, the way we are going to get ahead of it is we need to make sure that we identify cases quickly, and that's through testing. We can trace the people that they have come in contact with to interrupt transmission by telling those contacts to stay at home and not be out spreading in the community. And then you need to be able to treat, particularly people who have really severe illnesses. And for those that have more mild illnesses, they need to isolate. So test, trace, isolate, and treat. Those are basically the 4 key principles that we're trying to do. And the new provincial framework allows us to do that. In terms of how we measure that, though, we've actually together, local medical officers of health, in working in collaboration with the province, have tried to put some metrics to that. And so there's a number of different metrics within each category that will be published every Friday on Peel's weekly epidemiologic summary that give us an idea: do we have the capacity to test, treat, and trace and treat and isolate? And are we seeing the right decline in cases? And
in terms of what we're seeing right now, we do have the capacity around testing and tracing, although that can change at any time if our cases go up. And we do also know that we haven't necessarily seen a decline of new cases here in the region of Peel. ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਇਲੀਵਰੇ ਵੱਲੋਂ ਹਾਊਸ ਆਫ ਕਾਮਨਸ ਦੀ ਕਮੇਟੀ ਵਿੱਚ ਇਨਫਰਾਸਟ੍ਰਕਚਰ ਫੰਡਾਂ ਦਾ ਮੁੱਦਾ ਚੁੱਕਿਆ ਗਿਆ। ਇਸ ਦੇ ਜਵਾਬ ਵਿੱਚ ਸਰਕਾਰ ਦੇ ਅਧਿਕਾਰੀਆਂ ਨੇ ਦੱਸਿਆ ਕਿ $10 ਬਿਲੀਅਨ ਇਸ ਦੇ ਲਈ ਖਰਚੇ ਗਏ ਨੇ, ਪਰ ਪੀਅਰ ਵੱਲੋਂ ਵਾਰ-ਵਾਰ ਪੁੱਛਣ ਤੇ ਕਿ ਕਿੱਥੇ-ਕਿੱਥੇ ਫੰਡ ਖਰਚੇ ਗਏ, ਇਸ ਬਾਰੇ ਕੋਈ ਸਪਸ਼ਟ ਜਵਾਬ ਨਹੀਂ ਮਿਲਿਆ। Have you been able to get a list of all the projects the government has so far funded under its infrastructure program since it took office in 2015? We asked that question many times. We never were able to get a full list. And I think the issue is that there is no centralized record holding at Infrastructure Canada, because the various programs are delivered by multiple departments, and there doesn't seem to exist a list. We've asked, and Jason can attest to, Jason was part of these discussions. We've asked more than once, and we never got a complete list of projects under the Invest in Canada plans or infrastructure programs. And how much money have they spent on this program so far? So far, it's tens of billions, certainly. And they don't know where it went. If they know, they're not telling us all of the details of each dollar where it went. Well, you don't have a list of projects that adds up to the total, right? Go ahead. We currently do not have a list of projects. At the behest of interested members of the House, we did follow up with Infrastructure Canada and the government in January with an updated information request, and we are in active and ongoing negotiations with Infrastructure Canada and multiple departments and agencies to try to compile a list. Compile a list. I would say that it has taken potentially a little bit longer than we anticipated. So if I go to the grocery store and spend a small fortune on groceries, my wife says, "What the hell did you spend $500 on?" She'd expect to see a receipt with item by item on it, wouldn't you, honey? She's back there. But you're telling me when the government of Canada spends tens of billions of dollars on infrastructure, it can't give us an item by item list? It doesn't have one ready? ਓਨਟਾਰੀਓ ਦੇ ਵਿੱਤ ਮੰਤਰੀ ਰੋਡ ਫਿਲਿਪਸ ਵੱਲੋਂ ਕੋਵਿਡ-19 ਦੇ ਸਮੇਂ ਕੰਮ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਲੋਕਾਂ ਵੱਲੋਂ ਸਮਝੀ ਜਾ ਰਹੀ ਜ਼ਿੰਮੇਵਾਰੀ ਦੀ ਸ਼ਲਾਘਾ ਕੀਤੀ ਗਈ। ਉਹਨਾਂ ਕਿਹਾ ਕਿ ਪ੍ਰੋਵਿੰਸ ਦੇ ਲੋਕ ਇਕਜੁੱਟ ਨੇ ਤੇ ਉਹਨਾਂ ਨੇ ਇਕਜੁੱਟਤਾ ਤੇ ਇਸ ਜਜ਼ਬਾ ਦਿਖਾਉਣ ਦੇ ਲਈ ਸਭ ਦਾ ਧੰਨਵਾਦ ਵੀ ਕੀਤਾ। Hi, I'm Rod Phillips, Ontario's Minister of Finance and the MPP for Ajax. The Ontario spirit is strong in our community. We've seen citizens band together to support each other like never before. Whether that's manufacturers who've changed their operations to provide vital supplies, or individuals and groups across the community providing support for our frontline workers, including gathering PPE or providing meals. Or it's members of the community reaching out to those most vulnerable to make sure that a neighbor is okay with a phone call or a physically distanced visit. Together, we're going to get through this. And I want to thank all of our community for showing the Ontario spirit. ਲੌਂਗ ਟਰਮ ਕੇਅਰ ਹੋਮਸ ਬਾਰੇ ਕੈਨੇਡੀਅਨ ਆਰਮੀ ਵੱਲੋਂ ਸੌਂਪੀ ਰਿਪੋਰਟ ਤੋਂ ਬਾਅਦ ਸਿਆਸਤ ਲਗਾਤਾਰ ਗਰਮਾਈ ਹੋਈ ਹੈ। ਵਿਰੋਧੀ ਧਿਰ ਦੀ ਲੀਡਰ ਐਂਡਰੀਆ ਹਾਰਬੈਥ ਵੱਲੋਂ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਸਭ ਦੇ ਨਾਲ ਉਹਨਾਂ ਦੁੱਖ ਸਾਂਝਾ ਕੀਤਾ ਅਤੇ ਫੋਰਡ ਸਰਕਾਰ ਤੇ ਤਿੱਖੇ ਸ਼ਬਦੀ ਹੱਲੇ ਵੀ ਬੋਲੇ। ਉਹਨਾਂ ਕਿਹਾ ਕਿ ਪ੍ਰੋਵਿੰਸ ਵਾਸੀ ਚਾਹੁੰਦੇ ਨੇ ਕਿ ਅਸੀਂ ਬੈਟਰ ਕਰ ਸਕਦੇ ਸੀ ਜੇਕਰ ਸਰਕਾਰ ਸਮੇਂ ਸਿਰ ਕਦਮ ਚੁੱਕਦੀ। Important that your voices are heard and that people have an understanding of what's really happening in long-term care from the people who are experiencing the tragedies that are ongoing. So I want to say thank you to Lindsay and Shane Hunt for being here to tell your story about Shane's mom. And I'm so happy to see you again, Kathy, as well, who was going to talk about your dad's experience in Orchard Villa. And I think Earl's Court in London is where Shane's mum was. I'm going to say a couple of words first. Those of you and those of us who have been ringing the alarm bells about long-term care for years and years, seniors, their families, frontline healthcare workers, advocates, none of what was in that report was particularly shocking. We all know that the system has been in dire straits for decades now. COVID-19, the pandemic, has made things much, much worse, which we all know, but there have been
cracks. There have been massive cracks in long-term care for decades in this province. And it shouldn't be a surprise to Mr. Ford or Ms. Fullerton, just as it hasn't been a surprise, and it wasn't a surprise to Ms. Wynne, Mr. McGuinty, or Mr. Harris. I mean, that's how long we've had problems in our long-term care system. And I have to say, if folks like that, like Mr. Ford and Dr. Fullerton are surprised, then they chose not to hear what people have been saying. They chose not to hear those people that have been pleading for change for years now. Ontarians know very well that we can do better for the people who built this province, for our mums and dads, for our grandmas and grandpas. ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 70ਵੀਂ ਨਿੱਘੀ ਮਿੱਠੀ ਯਾਦ ਵਿੱਚ ਸਾਲਾਨਾ ਸਮਾਗਮ ਗੁਰਦੁਆਰਾ ਸੱਚਖੰਡ ਗੁਰੂ ਨਾਨਕ ਦਰਬਾਰ ਸਾਊਥ ਓਜ਼ੋਨ ਪਾਰਕ ਨਿਊਯਾਰਕ ਵਿਖੇ ਕਰਵਾਇਆ ਗਿਆ। ਇਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੁਸਾਇਟੀ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਜਾਨ ਗਵਾਉਣ ਵਾਲੀਆਂ ਰੂਹਾਂ ਨੂੰ ਯਾਦ ਕੀਤਾ ਗਿਆ ਅਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਕੋਰੋਨਾ ਮਹਾਮਾਰੀ ਦੇ ਚੱਲਦੇ ਪਿਛਲੇ 2 ਮਹੀਨੇ ਤੋਂ ਅਮਰੀਕਾ ਵਿੱਚ ਮੌਜੂਦ ਗੁਰੂ ਘਰਾਂ ਵਿੱਚ ਕੋਈ ਸਮਾਗਮ ਨਹੀਂ ਹੋਇਆ ਸੀ, ਪਰ ਗੁਰੂ ਘਰ ਆਪਣੇ ਤੌਰ ਤੇ ਲੋਕ ਸੇਵਾ ਦੇ ਕਾਰਜ ਨਿਰੰਤਰ ਕਰਦੇ ਰਹੇ। ਹੁਣ ਸਰਕਾਰ ਵੱਲੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਸੰਗਤਾਂ ਨੇ ਦੁਬਾਰਾ ਧਾਰਮਿਕ ਸਥਾਨਾਂ ਤੇ ਜਾਣਾ ਸ਼ੁਰੂ ਕੀਤਾ ਹੈ। ਸੰਤ ਪ੍ਰੇਮ ਸਿੰਘ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵੱਲੋਂ 70ਵੇਂ ਜੋੜ ਮੇਲੇ ਦੇ ਸੰਬੰਧ ਵਿੱਚ ਸਮਾਗਮ ਗੁਰਦੁਆਰਾ ਸੱਚਖੰਡ ਗੁਰੂ ਨਾਨਕ ਦਰਬਾਰ ਸਾਊਥ ਓਜ਼ੋਨ ਪਾਰਕ ਨਿਊਯਾਰਕ ਵਿਖੇ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਤਿਕਾਰਯੋਗ ਆਪ ਜੀ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਕਰਨ ਵਾਸਤੇ ਸੱਚਖੰਡ ਗੁਰੂ ਨਾਨਕ ਦਰਬਾਰ ਤੋਂ ਮੱਖਣ ਸਿੰਘ ਬੋਲ ਰਿਹਾ, ਜੋ ਇਸ ਬਿਮਾਰੀ ਦੀ ਮਹਾਮਾਰੀ ਦੇ ਨਾਲ ਜਿਹੜੇ ਵੀ ਸਰੀਰ ਮੇਰੇ ਭੈਣ ਭਰਾ ਦੁੱਖ ਦਰਦ ਬਹੁਤ ਵੱਡੀ ਕਹਾਣੀ ਹੈ ਕਿ ਉਹ ਆਪਣੇ ਵਿੱਚ ਇਸ ਟਾਈਮ ਨਹੀਂ ਹੈਗੇ। ਮੈਂ ਉਹਨਾਂ ਵਾਸਤੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਸੱਚਖੰਡ ਗੁਰੂ ਨਾਨਕ ਦਰਬਾਰ ਦੇ ਸਾਰੀਆਂ ਸੰਗਤਾਂ ਨੂੰ ਮੈਂ ਧੰਨਵਾਦ ਕਰ ਰਿਹਾ ਆਪ ਜੀ ਸਾਰਿਆਂ ਦਾ। ਤੇ ਜੋ ਅਗਲਾ ਪ੍ਰੋਗਰਾਮ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਜੱਸੀ, ਜੋ ਸੰਤ ਬਾਬਾ ਪ੍ਰੇਮ ਸਿੰਘ ਦੀ ਪ੍ਰਬੰਧਕਾਂ ਨੂੰ ਸਾਰਿਆਂ ਨੂੰ, ਜੋ ਧੰਨ ਸੰਤ ਬਾਬਾ ਪ੍ਰੇਮ ਸਿੰਘ ਮਰਾਲੇ ਵਾਲਿਆਂ ਦੀ ਜੋ ਬਰਸੀ ਤੇ ਐਤਕਾਂ ਨਹੀਂ ਮਨਾ ਰਹੇ, ਉਹਨਾਂ ਦੀ ਬਰਸੀ ਦੇ ਸੰਬੰਧ ਦੇ ਵਿੱਚ ਅਖੰਡ ਪਾਠ ਸਾਹਿਬ ਸੱਚਖੰਡ ਗੁਰੂ ਨਾਨਕ ਦਰਬਾਰ ਨੂੰ ਜੋ ਫਰਾਈਡੇ ਤੋਂ ਲੱਗ ਕੇ ਅੱਜ ਅਖੰਡ ਪਾਠ ਸਾਹਿਬ ਜੀ ਦਾ ਭੋਗ ਹੈ। ਅਖੰਡ ਪਾਠ ਸਾਹਿਬ ਰੱਖਿਆ ਹੀ ਸੱਚਖੰਡ ਗੁਰੂ ਨਾਨਕ ਦਰਬਾਰ ਨੂੰ। ਧੰਨ ਸੰਤ ਬਾਬਾ ਗੁਰੂ ਅਰਜਨ ਸਾਹਿਬ ਸ਼ਹੀਦੀ ਪੁਰਬ ਦਾ ਆਪ ਜੀ ਸਾਰੀਆਂ ਸੰਗਤਾਂ ਨੂੰ ਮੈਂ ਜੀ ਆਇਆਂ ਕਹਿੰਦਾ, ਸਾਰਿਆਂ ਨੂੰ ਸੱਚਖੰਡ ਗੁਰੂ ਨਾਨਕ ਦਰਬਾਰ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਗੁਰੂ ਘਰ ਵਿੱਚ ਇਕੱਤਰਿਤ ਹੋਈਆਂ ਸੰਗਤਾਂ ਵੱਲੋਂ ਸਾਂਝੇ ਤੌਰ ਤੇ ਮਹਾਮਾਰੀ ਦੇ ਕਾਰਨ ਵਿਛੜੀਆਂ ਰੂਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਹੌਸਲਾ ਦਿੱਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪੇ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤੁਸ ਭਾਵੇ ਨਾਨਕਾ ਸਾਹੀ ਗੱਲ ਚੰਗੀ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣ ਦੀ ਪਿਆਰੀ ਸਾਧ ਸੰਗਤ ਜੀ, ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਨਿਊਯਾਰਕ ਦੀਆਂ ਸੰਗਤਾਂ ਸੱਚਖੰਡ ਗੁਰੂ ਨਾਨਕ ਦਰਬਾਰ ਦੇ ਵਿੱਚ ਸੁਭਾਈਮਾਨ ਨੇ। ਸਾਡੇ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਕਮੇਟੀ, ਸਾਡੇ ਵੀਰ ਜੱਸੀ, ਵੀਰ ਢਿੱਲੋਂ, ਔਰ ਸਾਡੇ ਵਿੱਚ ਜੋ ਇਸ ਟਾਈਮ ਨਹੀਂ ਹੈ ਵੀਰ ਚੰਦ ਸਿੰਘ ਡਾਕਟਰ, ਜੋ ਕਿ ਸਾਨੂੰ ਸਦੈਈ ਵਿਛੋੜਾ ਦੇ ਗਏ ਨੇ। ਸਾਨੂੰ ਪਿਛਲੇ ਸਾਲ ਜੋ ਪਾਰਕ ਦੇ ਵਿੱਚ ਆਪਾਂ ਬਾਬਾ ਪ੍ਰੇਮ ਸਿੰਘ ਦੀ ਬਰਸੀ ਮਨਾਈ ਸੀ, ਉਸ ਟਾਈਮ ਮੇਰੇ ਵੀਰ ਨੇ ਸੈਕਟਰੀ ਦੀ ਸੇਵਾ ਆਪ ਨਿਭਾਈ ਸੀ। ਅੱਜ ਸਾਨੂੰ ਸਾਰੇ ਮੇਰੇ ਵੀਰਾਂ ਨੂੰ, ਸਾਰੀ ਸੰਗਤਾਂ ਨੂੰ ਉਸ ਦੀ ਘਾਟ ਮਹਿਸੂਸ ਹੋ ਰਹੀ ਹੈ। ਅੱਜ ਅਸੀਂ ਬਾਬਾ ਪ੍ਰੇਮ ਸਿੰਘ ਦੀ ਬਰਸੀ ਮਨਾ ਤੇ ਰਹੇ ਹਾਂ, ਪਰ ਸਾਡੀਆਂ ਅੱਖਾਂ ਅੱਗੇ ਉਹ ਮੇਰਾ ਵੀਰ ਹੀ ਨਜ਼ਰ ਆ ਰਿਹਾ। ਹਰ ਟਾਈਮ ਉਹਨਾਂ ਦਾ ਚਿਹਰਾ ਸਾਨੂੰ ਦਿਖ ਰਿਹਾ ਹੈ ਵੀ ਸਾਨੂੰ ਵਾਕਿਆ ਹੀ ਵਿਛੋੜਾ ਅੱਜ ਪੈ ਗਿਆ। ਫਿਰ ਵੀ ਅਸੀਂ ਇਹ ਮਹਿਸੂਸ ਕਰ ਰਹੇ ਹਾਂ ਕਿ ਸਾਡੇ ਨਾਲ ਹਾਜ਼ਰ ਨਾਜ਼ਰ ਖਲੋਤੇ ਨੇ। ਅਸੀਂ ਉਹਨਾਂ ਦਾ ਟਾਈਮ, ਉਹਦੇ ਪਰਿਵਾਰ ਦਾ, ਉਹਦੇ ਬੱਚਾ ਵੀ ਜਿਹੜਾ
ਉਹ ਸਾਨੂੰ ਛੱਡ ਕੇ ਚਲਾ ਗਿਆ ਹੈ। ਬੜੇ ਦੁੱਖ ਦੀ ਘਾਟ ਪੈ ਰਹੀ ਸਾਨੂੰ। ਇਹ ਸਾਡੀ ਪੂਰੀ ਨਹੀਂ ਹੋ ਸਕਦੀ ਹੈਗੀ ਵੀ ਆਪਾਂ ਸਾਰੇ ਉਸ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਸਕਦੇ ਹਾਂ। ਜਿੰਨਾ ਵੀ ਜ਼ਿਆਦਾ ਤੋਂ ਜ਼ਿਆਦਾ ਉਸ ਪਰਿਵਾਰ ਦੇ ਨਾਲ ਸਾਰੀ ਸੰਗਤ ਨੇ ਪਿਆਰ ਕਰਨਾ ਹੈ, ਕਿਉਂਕਿ ਉਹ ਗੁਰੂ ਵਾਲੇ ਸੀ, ਮਹਾਂਪੁਰਸ਼ਾਂ ਦੀ ਬਰਸੀ ਮਨਾਉਂਦੇ ਸੀ ਆਪ ਅੰਗ ਸੰਗ ਸਹਾਈ ਹੋ ਕੇ, ਸਾਰਿਆਂ ਨੂੰ ਇੱਕ ਮੁੱਠ ਹੋ ਕੇ, ਸਾਰਿਆਂ ਨੂੰ ਜੋੜ ਕੇ ਚੱਲਦੇ ਸੀ ਆਪ ਨਾਲ। ਇਸ ਗੁਰੂ ਘਰ ਦੇ ਵਿੱਚ ਵੀ ਆਉਣਾ, ਬਾਬਾ ਪ੍ਰੇਮ ਸਿੰਘ ਦੀ ਜਦੋਂ ਬਰਸੀ ਮਨਾਉਣੀ, ਉਹਨਾਂ ਨੂੰ ਟਾਈਮ ਦੇਣਾ, ਉਹਨਾਂ ਨੂੰ ਬੜੇ ਪਿਆਰ ਦੇ ਨਾਲ ਸਪੀਕ ਕਰਨੀ ਤੇ ਸਾਰੀ ਸੰਗਤ ਨੂੰ ਬੜੇ ਪਿਆਰ ਦੇ ਨਾਲ ਸਮਝਾਉਣਾ। ਅੱਜ ਸਾਡੇ ਵਿੱਚ ਹੈ ਨਹੀਂ ਹੈਗੇ, ਪਰ ਸਾਨੂੰ ਮਹਿਸੂਸ ਹੁੰਦਾ ਪਿਆ ਕਿ ਮੈਨੂੰ ਇੰਝ ਲੱਗਦਾ ਵੀ ਮੇਰਾ ਵੀਰ ਬੈਠਾ, ਮੈਂ ਉਹਨੂੰ ਕਹਾਂ ਕਿ ਤੂੰ ਟਾਈਮ ਲੈ ਤੇ ਸਟੇਜ ਤੇ ਗੱਲਬਾਤ ਕਰ। ਅੱਜ ਕਿਹਾ ਨਹੀਂ ਜਾ ਰਿਹਾ ਹੈਗਾ, ਬਸ ਮਨ ਬੜਾ ਦੁਖੀ ਹੈ ਉਹਦੇ ਚਿਹਰੇ ਵਾਲ ਵੇਖ ਵੇਖ ਕੇ। ਅੱਜ ਸੱਚਖੰਡ ਗੁਰੂ ਨਾਨਕ ਦਰਬਾਰ ਦੀਆਂ ਸੰਗਤਾਂ ਵੀ ਸ਼ਹੀਦੀ ਗੁਰਪੁਰਬ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਮਨਾ ਰਹੀਆਂ ਨੇ। ਮੇਰੇ ਵੀਰ ਜੱਸੀ ਹਰੀ, ਸਾਰੇ ਪਰਿਵਾਰ, ਸਾਰੀਆਂ ਫੈਮਲੀਆਂ ਬੜੀਆਂ ਸੋਹਣੀਆਂ ਸੱਜ ਧੱਜ ਕੇ ਇੱਥੇ ਪਹੁੰਚੀਆਂ ਨੇ। ਔਰ ਸੱਚਖੰਡ ਗੁਰੂ ਨਾਨਕ ਦਰਬਾਰ ਦੇ ਵਿੱਚ ਹਰ ਜਗ੍ਹਾ ਪੂਰਾ ਪ੍ਰਕਾਸ਼ ਹੋ ਰਿਹਾ ਹੈ, ਔਰ ਪੂਰਾ ਹੀ ਸਾਨੂੰ ਜਿਹੜਾ ਕਿ ਮਾਸਕਾਂ ਦਾ, ਸੈਨੀਟਾਈਜ਼ਰ ਦਾ ਸਾਰਾ ਪ੍ਰਬੰਧ ਵੀਰ ਜੱਸੀ ਨੇ ਸਾਰਿਆਂ ਨੂੰ ਮਾਸਕ ਵੀ ਦਿੱਤੇ ਨੇ, ਆਪ ਸੇਵਾ ਨਿਭਾ ਰਹੇ ਨੇ। ਸਾਰੇ ਸਾਡੇ ਸੱਚਖੰਡ ਗੁਰੂ ਨਾਨਕ ਦਰਬਾਰ ਦੀਆਂ ਸੰਗਤਾਂ ਵੀ ਨਿਭਾ ਰਹੀਆਂ ਨੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰ ਚੜ੍ਹਦੀ ਕਲਾ ਬਖਸ਼ਣ। ਆਉਣ ਵਾਲੇ ਸਮੇਂ ਦੇ ਵਿੱਚ ਅਗਲੀ ਬਰਸੀ ਦੇ ਵਿੱਚ ਸਾਰੇ ਆਪਾਂ ਪਰਿਵਾਰ ਇਸੇ ਤਰ੍ਹਾਂ ਹੀ ਫਿਰ ਇਸ ਗੁਰੂ ਘਰ ਦੇ ਵਿੱਚ ਇਕੱਠੇ ਹੋਈਏ ਤੇ ਇਕੱਠੇ ਰਲ ਮਿਲ ਕੇ ਵੱਧ ਚੜ ਕੇ ਮਨਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਇਕੱਠੇ ਹੋ ਕੇ ਸੱਚਖੰਡ ਗੁਰੂ ਨਾਨਕ ਦਰਬਾਰ ਗੁਰੂ ਘਰ ਵਿੱਚ ਸਾਰੇ ਇਕੱਠੇ ਹੋਏ ਹਾਂ। ਅੱਜ ਸਭ ਤੋਂ ਪਹਿਲੋਂ ਜੋ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਆ, ਉਸ ਨੇ ਦੁਨੀਆ ਤੇ ਬਹੁਤ ਵੱਡਾ ਕਹਿਰ ਕੀਤਾ ਹੋਇਆ। ਸਾਡੇ ਗਰੁੱਪ 'ਚ ਵੀ ਬਹੁਤ ਜ਼ਿਆਦਾ ਜਿਹੜੇ ਉਹ ਸਿੰਘ ਇਸ ਦੁਨੀਆ ਨੂੰ ਛੱਡ ਕੇ ਪਰਮਾਤਮਾ ਦੇ ਭਾਣੇ ਨੂੰ ਮੰਨ ਕੇ ਇੱਥੋਂ ਚਲੇ ਗਏ ਹਨ। ਅਸੀਂ ਸਾਰਿਆਂ ਦਾ ਦੁੱਖ ਪ੍ਰਗਟ ਕਰਦੇ ਹਾਂ। ਦੂਸਰਾ, ਅੱਜ ਜਿਹੜੀ ਪਹਿਲਾ ਜਿਹੜਾ ਗੁਰੂ ਅਖੰਡ ਪਾਠ ਇਸ ਗੁਰੂ ਘਰ ਵਿੱਚ ਰੱਖਿਆ ਗਿਆ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਅਸੀਂ ਮਨਾ ਰਹੇ ਹਾਂ। ਦੂਸਰਾ ਅਖੰਡ ਪਾਠ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਵੱਲੋਂ ਰੱਖਿਆ ਗਿਆ। ਅਸੀਂ ਹਮੇਸ਼ਾ ਜਿਹੜਾ ਇਹ ਪ੍ਰੋਗਰਾਮ ਆ ਪਾਰਕ ਦੇ ਵਿੱਚ, ਸਮੋਕੀ ਪਾਰਕ ਦੇ ਵਿੱਚ ਮਨਾਉਂਦੇ ਹਾਂ, ਪਰ ਅੱਜ ਜੋ ਕਰੋਨਾ ਵਾਇਰਸ ਦੀ ਵਜ੍ਹਾ ਨਾਲ ਇਹ ਜਿਹੜਾ ਪ੍ਰੋਗਰਾਮ ਉੱਥੇ ਨਹੀਂ ਹੋ ਸਕਿਆ, ਉਹ ਅਸੀਂ ਇਸ ਗੁਰੂ ਘਰ ਦੇ ਵਿੱਚ ਮਨਾ ਰਹੇ ਹਾਂ। ਇਹ ਅੱਜ ਜੋ ਵੀ ਇਕੱਠ ਪਹਿਲੇ ਦਿਨ ਹੋਇਆ, ਇਹ ਗੁਰੂ ਘਰ ਹੁਣ ਖੁੱਲ੍ਹੇ ਹਨ ਤੇ ਤਾਂ ਸਾਰੇ ਜਿਹੜੇ ਸਿੰਘ ਆ ਉਹ ਇਕੱਠੇ ਹੋਏ ਆ ਤੇ ਇੱਕ ਸ਼ਹੀਦੀ ਦਿਨ ਤੇ ਗੁਰਪੁਰਬ ਦੋਨੋਂ ਅਸੀਂ ਇਕੱਠੇ ਇਸ ਗੁਰੂ ਘਰ ਮਨਾ ਰਹੇ ਹਾਂ। ਮੈਂ ਇਸ ਗੁਰੂ ਘਰ ਦੀ ਸੰਗਤ ਦਾ ਤੇ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਦਾ, ਸਾਡੇ ਪ੍ਰਧਾਨ ਜੱਸੀ ਦਾ, ਅਮਰੀਕ ਸਿੰਘ ਦਾ ਤੇ ਸਾਡੇ ਸਾਰੇ ਗਰੁੱਪ ਦਾ, ਜਿੰਨੇ ਵੀ ਅਸੀਂ ਇੱਥੇ ਇਕੱਠੇ ਹੋਏ ਹਾਂ ਜਾਂ ਸਾਡੇ ਗਰੁੱਪ ਦੇ ਅਜੇ ਬੰਦੇ ਨਹੀਂ ਆਏ, ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਜਿਹੜੇ ਹੈਗੇ ਨੇ ਸਾਡੇ ਬਹੁਤ ਹੀ ਸਿੱਖ ਕੌਮ ਦੇ ਵਿੱਚ ਚੜ੍ਹਦੀ ਕਲਾ ਵਾਲੇ ਨੇ, ਜਿੱਥੇ ਅਸੀਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਨਾਲ ਨਾਲ ਸਾਡੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ, ਜਿਨ੍ਹਾਂ ਨੂੰ ਕਿ ਵਰਲਡ ਲੈਵਲ 'ਤੇ ਜਾਣਿਆ ਜਾਂਦਾ ਹੈ, ਉਹਨਾਂ ਦੀ ਮਿੱਠੀ ਯਾਦ ਵੀ ਮਨਾ ਰਹੇ ਹਾਂ। ਪਰ ਇਸ ਦੇ ਨਾਲ ਹੀ ਸਾਡੇ ਕੋਲ ਇੱਕ ਬਹੁਤ ਭੈੜਾ ਸਮਾਂ ਵਰਲਡ ਦੇ ਉੱਤੇ ਜਿਹੜਾ ਗੁਜ਼ਰ ਰਿਹਾ ਹੈ, ਉਹ ਮਹਾਂਮਾਰੀ ਦਾ ਹੈ, ਜਿਹਦੇ ਵਿੱਚ ਸਾਡੇ ਕਈ ਵੀਰ ਸਾਡਾ ਸਾਥ ਛੱਡ ਕੇ ਚਲੇ ਗਏ ਨੇ। ਇਹ ਪ੍ਰੋਗਰਾਮ ਬੜੇ ਹੀ ਵੱਡੇ ਲੈਵਲ 'ਤੇ ਮਨਾਇਆ ਜਾਂਦਾ ਸੀ, ਪਰ ਅਸੀਂ ਸਮੇਂ ਨੂੰ ਦੇਖਦੇ ਹੋਏ ਇੱਕ ਬੜੇ ਹੀ ਛੋਟੇ ਰੂਪ ਦੇ ਵਿੱਚ ਇੱਥੇ ਗੁਰੂ ਨਾਨਕ ਦਰਬਾਰ ਗੁਰੂ ਘਰ ਦੇ ਵਿੱਚ ਅਸੀਂ ਸੰਤਾਂ ਦੀ ਮਿੱਠੀ ਯਾਦ ਮਨਾ ਰਹੇ ਹਾਂ। ਇਸ ਦੇ ਨਾਲ ਹੀ ਮੈਂ ਕਹਾਂਗਾ ਸਾਰੀ ਸਿੱਖ ਕੌਮ ਨੂੰ ਕਿ ਇਸ ਭਿਆਨਕ ਸਮੇਂ ਵਿੱਚ ਇਕੱਠੇ ਹੋ ਕੇ ਅਸੀਂ ਇਹਨਾਂ ਦਾ ਮੁਕਾਬਲਾ ਕਰਨਾ ਹੈ, ਇਸ ਬਿਮਾਰੀ ਦਾ, ਤੇ ਇਕਜੁੱਟ ਹੋ ਕੇ ਅਸੀਂ ਇਸ ਬਿਮਾਰੀ ਨੂੰ ਦੂਰ ਕਰ ਸਕਦੇ ਹਾਂ। ਸੰਤਾਂ ਦੇ ਅਸੀਂ ਪੂਰਨਿਆਂ 'ਤੇ ਚੱਲਦੇ ਹੋਏ, ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਵੈਰ, ਸੰਤ ਸਾਰਿਆਂ ਦੇ ਸਾਂਝੇ ਹੁੰਦੇ ਨੇ। ਇਸ ਕਰਕੇ ਅਸੀਂ ਉਹਨਾਂ ਦੀ ਜੋ ਵੀ ਸਾਡੀ ਸਿੱਖਿਆਵਾਂ ਨੇ, ਅਸੀਂ ਉਹਨਾਂ ਸਿੱਖਿਆਵਾਂ ਨੂੰ ਆਪਣੇ ਅੰਦਰ ਧਾਰਨਾ ਹੈ ਤੇ ਆਪਣੇ ਆਉਣ ਵਾਲੇ ਬੱਚਿਆਂ ਨੂੰ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਾਉਣਾ ਹੈ। ਇੰਨਾ ਕੁਝ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ
ਇਸ ਗੁਰਦੁਆਰੇ ਦਾ ਇੱਕ ਅਨੋਖਾ ਨਜ਼ਾਰਾ ਵੇਖ ਕੇ ਉਹ ਸੱਚੇ ਪਾਤਸ਼ਾਹ ਕੇ ਅਰਦਾਸ ਕਰਦਾ ਕਿ ਸਿੱਖ ਕੌਮ ਨੂੰ ਚੜ੍ਹਦੀ ਕਲਾ ਬਖਸ਼ੀ। ਦਾਤਿਆ ਇਸ ਬਿਮਾਰੀ ਦੇ ਭਿਆਨਕ ਬਿਮਾਰੀ ਦੇ ਵਿੱਚ ਵੀ ਇਹਨਾਂ ਨੇ ਤੇਰਾ ਲੜ ਨਹੀਂ ਛੱਡਿਆ। ਇਹਨਾਂ ਨੇ ਫਿਰ ਵੀ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ। ਨਿਸ਼ਾਨ ਸਾਹਿਬ ਦੀ ਸੇਵਾ ਕਰਕੇ ਇਹ ਪ੍ਰਤੀਤ ਕਰ ਦਿੱਤਾ ਕਿ ਸਿੱਖ ਕੌਮ ਚੜ੍ਹਦੀ ਕਲਾ ਹੈ, ਭਾਵੇਂ ਇੰਨੀ ਭਿਆਨਕ ਬਿਮਾਰੀ ਵੀ ਹੈ। ਔਰ ਮੈਂ ਕੀ ਕਹਿ ਸਕਦਾ ਹਾਂ, ਮੇਰੇ ਇਹਨਾਂ ਭਰਾਵਾਂ ਨੇ ਅਮਰੀਕ ਸਿੰਘ ਢਿੱਲੋਂ ਭਾਜੀ, ਜਸਵਿੰਦਰ ਸਿੰਘ ਜੱਸੀ, ਪਟਿਆਲਾ ਸਾਹਿਬ ਅਤੇ ਇਹ ਗੁਰਦੁਆਰੇ ਦੀ ਸੰਗਤ ਦੇ ਪ੍ਰਧਾਨ ਸਾਹਿਬ, ਇਹ ਗੁਰਦੁਆਰੇ ਦੀ ਸੰਗਤ ਨੇ ਭਾਵੇਂ ਇੰਨੀ ਪਾਬੰਦੀਆਂ ਦੇ ਬਾਵਜੂਦ ਵੀ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਬਰਸੀ ਮਨਾਈ ਔਰ ਮੇਰੇ ਭਰਾ ਜੀ ਨੂੰ, ਵੱਡੇ ਭਰਾ ਨੂੰ ਯਾਦ ਕੀਤਾ ਔਰ ਮੈਨੂੰ ਉਹਦੀ ਘਾਟ ਨਹੀਂ ਮਹਿਸੂਸ ਹੋਣ ਦਿੱਤੀ। ਔਰ ਮੈਂ ਸਦਾ ਲਈ ਇਹਨਾਂ ਨੂੰ ਡਾਕਟਰ ਚਰਨ ਸਿੰਘ ਦਾ ਹੀ ਨਾਂ ਦਿੰਦਾ ਹਾਂ। ਔਰ ਮੈਂ ਅੱਗੇ ਬੇਨਤੀ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਇਹ ਮੇਰੇ ਨਾਲ ਜੁੜੇ ਰਹਿਣ ਔਰ ਆਪਾਂ ਨੂੰ ਡਾਕਟਰ ਸਾਹਿਬ ਦੀ ਯਾਦ ਕਦੀ ਨਾ ਭੁੱਲੇ। ਮੈਂ ਇੰਨੀ ਬੇਨਤੀ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਐਡੀ ਦੁੱਖ ਦੀ ਘੜੀ ਦੇ ਵਿੱਚ ਸਾਨੂੰ ਬੜੀਆਂ ਔਕੜਾਂ ਆਈਆਂ ਨੇ ਇਹਨਾਂ ਦਿਨਾਂ ਦੇ ਵਿੱਚ। ਕੁਝ ਸਾਡੇ ਜੀਅ ਵੀ ਚਲੇ ਗਏ ਨੇ। ਉਹਨਾਂ ਦੇ ਬਾਵਜੂਦ ਵੀ ਅਸੀਂ ਅੱਜ ਬੜੇ ਧੰਨਵਾਦੀ ਹਾਂ ਇਹਨਾਂ ਦੇ ਕਿ ਸਾਨੂੰ ਇਹਨਾਂ ਨੇ ਇੱਥੇ ਸੇਵਾ ਕਰਨ ਦਾ ਜਿਹੜਾ ਮੌਕਾ ਦਿੱਤਾ। ਅਸੀਂ ਅੱਜ 2 ਅਖੰਡ ਪਾਠ ਸਾਹਿਬ ਰੱਖੇ ਸੀ। ਇੱਕ ਤਾਂ ਸੰਤਾਂ ਨੂੰ ਸੀਗਾ, ਇੱਕ ਸੰਤ ਬਾਬਾ ਪ੍ਰੇਮ ਸਿੰਘ ਵੱਲੋਂ ਦੀ ਸੁਸਾਇਟੀ ਵੱਲੋਂ। ਮੇਰੇ ਸਾਰੇ ਭਾਈ ਸਾਹਿਬ ਜੀ ਆਏ ਹੋਏ ਨੇ। ਮੈਂ ਸਾਰਿਆਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦੀ ਹਾਂ। ਬਾਕੀ ਦੂਸਰਾ, ਅਸੀਂ ਹਮੇਸ਼ਾ ਹੀ ਕਹਿੰਦੇ ਹਾਂ ਵੀ ਇਕੱਠੇ ਹੋ ਕੇ ਚੱਲੀਏ, ਸਾਰੀ ਕੌਮ ਇਕੱਠੀ ਹੋ ਕੇ ਚੱਲੇ, ਖਿੰਡ ਪਿੰਡ ਨਾ ਹੋਵੋ। ਟਰਾਈ ਸਾਡੀ ਇਹੀ ਆ, ਬੇਨਤੀ ਆ, ਤਕੀਦ ਆ ਹੱਥ ਜੋੜ ਕੇ ਕਿ ਪਲੀਜ਼ ਇਹ ਆਪਾਂ ਜਿਹੜੀਆਂ ਆਪਣੀਆਂ ਛੋਟੀਆਂ ਰੰਜਿਸ਼ਾਂ ਨੇ ਉਹਨੂੰ ਆਪਾਂ ਨਿਬੇੜ ਕੇ ਆਪਾਂ ਇੱਕ ਇਕੱਠੇ ਤੌਰ ਦੇ ਉੱਤੇ ਹੰਗਾਰਾ ਦਈਏ ਵੀ ਅਸੀਂ ਇੱਕ ਛਤਰ ਛਾਇਆ ਦੇ ਇੱਥੇ ਥੱਲੇ ਆਪਾਂ ਸਾਰੇ ਕੰਮ ਕਰਿਆ ਕਰੀਏ। ਮੈਂ ਇੰਨੀ ਗੱਲ ਕਹਿੰਦਾ ਦਾ ਖਿਮਾ ਦਾ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਜਿਹੜੇ ਵੀਰ ਸਾਡੇ ਤੋਂ ਵਿਛੜ ਗਏ ਹਨ, ਮੈਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਂ ਵਿੱਚ ਪਰਿਵਾਰ 'ਚ ਸੁੱਖ ਸ਼ਾਂਤੀ ਵਰਤਾਏ। ਔਰ ਇੱਥੇ ਸੱਚਖੰਡ ਗੁਰੂ ਨਾਨਕ ਦਰਬਾਰ ਦੀਆਂ ਸੰਗਤਾਂ ਨੇ ਔਰ ਸਾਡੇ ਵੀਰ ਜੱਸੀ ਜੋ ਸਾਡੇ ਸੰਤ ਬਾਬਾ ਪ੍ਰੇਮ ਸੁਸਾਇਟੀ ਦੇ ਸਾਰੇ ਮੈਂਬਰ ਨੇ, ਉਹ ਆਏ ਹੋਏ ਨੇ। 2 ਅਖੰਡ ਪਾਠ ਸਾਹਿਬ ਰਖਾਏ ਨੇ। ਇੱਕ ਗੁਰੂ ਅਰਜਨ ਦੇਵ, ਸ਼ਹੀਦੀ ਗੁਰੂ ਅਰਜਨ ਦੇਵ ਜੀ ਦਾ, ਔਰ ਦੂਸਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦਾ। ਪਰਸੋਂ ਰੋਜ਼ ਤੋਂ ਸ਼੍ਰੀ ਅਖੰਡ ਪਾਠ ਚੱਲ ਰਹੇ ਹਨ, ਜਿਨ੍ਹਾਂ ਦੇ ਅੱਜ ਨਿਰਵਿਘਨ ਭੋਗ ਪਏ ਹਨ। ਔਰ ਸਾਰੀਆਂ ਸੰਗਤਾਂ ਨੇ ਸਹਿਯੋਗ ਦਿੱਤਾ ਹੈ। ਮੈਂ ਜਿੰਨੀ ਵੀ ਮੇਰੇ ਵੀਰ ਸੁਸਾਇਟੀਆਂ ਇੱਥੇ ਆਈਆਂ ਨੇ, ਉਹਨਾਂ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਹਿ ਦਿਲੋਂ ਧੰਨਵਾਦੀ ਹਾਂ ਇੱਥੇ ਦੀ ਪ੍ਰਬੰਧਕ ਕਮੇਟੀ ਦਾ, ਸਾਰੇ ਸੱਜਣਾਂ ਦਾ, ਸੰਗਤਾਂ ਦਾ, ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾਇਆ। ਔਰ ਅਸੀਂ ਸਮਝਦੇ ਹਾਂ ਕਿ ਇਹਨਾਂ ਨੇ ਸਾਨੂੰ ਅੱਜ ਦੇ ਦਿਨ ਹੀ 70ਵੀਂ ਬਰਸੀ ਗੁਰੂ ਨਾਨਕ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਯਾਦ ਵਿੱਚ ਮਨਾਉਣ ਦਾ ਵੀ ਮੌਕਾ ਦਿੱਤਾ। ਤਹਿ ਦਿਲੋਂ ਧੰਨਵਾਦੀ ਹਾਂ। ਅੱਜ ਦਾ ਠਾਠਾ ਮਾਰਦਾ ਇਕੱਠ ਦੇਖ ਕੇ ਜਿਨ੍ਹਾਂ ਰਾਵਾਂ ਤੋਂ ਸੰਗਤ ਚੱਲ ਕੇ ਆਈ ਹੈ, ਉਹਨਾਂ ਰਾਵਾਂ 'ਤੇ ਦਾਸ ਆਪਣੀਆਂ ਪਲਕਾਂ ਵਿਛਾਉਂਦਾ ਹੈ। ਔਰ ਤਹਿ ਦਿਲੋਂ ਧੰਨਵਾਦੀ ਹੈ। ਇਸ ਇੰਨੇ ਵੱਡੇ ਭਿਆਨਕ ਬਿਮਾਰੀ ਦੇ ਵਿੱਚ ਮੈਂ ਸਮਝਦਾ ਕਿ ਸੰਗਤਾਂ ਨੇ ਬਹੁਤ ਹੀ ਉਤਸ਼ਾਹ, ਬਹੁਤ ਹੀ ਪਿਆਰ ਹੈ। ਔਰ ਇੱਕ ਬੇਨਤੀ ਹੋਰ ਹੈ ਕਿ ਗੁਰੂ ਨਾਨਕ ਦਰਬਾਰ ਵੈਸੇ ਤਾਂ ਪੂਰਾ ਸਮਾਂ ਹੀ ਖੁੱਲ੍ਹਾ ਸੀ, ਪਰ ਹੁਣ ਆਫੀਸ਼ੀਅਲੀ ਅੱਜ ਤੋਂ ਬਾਅਦ ਸੰਗਤਾਂ ਲਈ ਦਿਨ ਰਾਤ ਆਪਣੇ ਸਮਾਗਮ ਕਰਾਓ। ਇੱਥੇ ਆਓ, ਸੰਗਤਾਂ ਦੇ ਵਿੱਚ ਆਪਣਾ ਪਿਆਰ, ਲੰਗਰ ਪ੍ਰਸ਼ਾਦਾ ਔਰ ਗੁਰੂ ਦਾ ਕੀਰਤਨ ਸੁਣੋ ਔਰ ਆਪਣੇ ਅੱਛੇ ਸਾਰੇ ਪ੍ਰੋਗਰਾਮ ਕਰਾਓ। ਜਿਸ ਤਰ੍ਹਾਂ ਵਿਆਹ ਸ਼ਾਦੀਆਂ ਦੇ ਸਾਰੇ ਪ੍ਰੋਗਰਾਮ ਹਨ, ਉਹ ਗੁਰੂ ਨਾਨਕ ਦਰਬਾਰ ਬਹੁਤ ਹੀ ਅੱਛੀ ਇੱਕ ਫੈਸਿਲਿਟੀ, ਔਰ ਇੱਥੇ ਦੇ ਪ੍ਰਬੰਧਕ ਬਹੁਤ ਪਿਆਰੇ ਹਨ। ਮੈਂ ਸਮਝਦਾ ਜਿਸ ਤਰ੍ਹਾਂ ਬਾਕੀ ਵੀ ਸਾਰੇ ਗੁਰੂ ਘਰ ਅੱਛੇ ਹਨ। ਗੁਰੂ ਦੀ ਕਿਰਪਾ 'ਚ ਚੜ੍ਹਦੀ ਕਲਾ ਹੈ। ਦਾਸ ਜਸਵਿੰਦਰ ਸਿੰਘ ਜੱਸੀ ਤਹਿ ਦਿਲੋਂ ਧੰਨਵਾਦੀ ਹੈ ਇੱਥੇ ਦੀ ਪ੍ਰਬੰਧਕ ਕਮੇਟੀ ਦਾ ਔਰ ਸਾਰੀ ਸਮੂਹ ਸੰਗਤ ਦਾ, ਜਿਨ੍ਹਾਂ ਨੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਮਨਾਉਣ ਦਾ ਸਾਨੂੰ ਇੱਥੇ ਮੌਕਾ ਮਿਲਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਕਲਾ ਟਾਈਮ ਟੀਵੀ ਦੇ ਲਈ ਨਿਊਯਾਰਕ ਤੋਂ ਮਨੀਸ਼ ਬਯਾਲਾ ਦੀ ਰਿਪੋਰਟ।
ਕੈਮਲੂਪਸ ਦੇ ਰਿਹਾਇਸ਼ੀ ਇਲਾਕੇ ਵਿੱਚ 17 ਮਈ ਨੂੰ ਹਾਦਸੇ ਦਾ ਸ਼ਿਕਾਰ ਹੋਏ ਸਨੋਬਰਡ ਜੈਟ ਬਾਰੇ ਚੱਲ ਰਹੀ ਜਾਂਚ ਪੜਤਾਲ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਇਹ ਹਾਦਸਾ ਇੱਕ ਪੰਛੀ ਦੇ ਜਹਾਜ਼ ਨਾਲ ਟਕਰਾਉਣ ਦੇ ਨਾਲ ਵਾਪਰਿਆ। ਇਹ ਪ੍ਰਗਟਾਵਾ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਦੀ ਏਅਰਵਰਦੀਨੈਸ ਇਨਵੈਸਟੀਗੇਟਿਵ ਅਥਾਰਟੀ ਨੇ ਇੱਕ ਬਿਆਨ ਦੇ ਰਾਹੀਂ ਕੀਤਾ ਹੈ। ਵਰਣਨਯੋਗ ਹੈ ਕਿ ਇਸ ਹਾਦਸੇ ਵਿੱਚ ਸਨੋਬਰਡਸ ਟੀਮ ਦੇ ਇੱਕ ਮੈਂਬਰ ਦੀ ਮੌਤ ਹੋ ਗਈ ਸੀ ਤੇ ਇੱਕ ਹੋਰ ਜ਼ਖਮੀ ਹੋਇਆ ਸੀ। ਨੈਸ਼ਨਲ ਡਿਫੈਂਸ ਨੇ ਦੱਸਿਆ ਹੈ ਕਿ ਹਾਦਸੇ ਦੀ ਜਾਂਚ ਦੌਰਾਨ ਹਾਸਲ ਹੋਈ ਵੀਡੀਓ ਫੁਟੇਜ ਤੋਂ ਪਤਾ ਲੱਗਾ ਹੈ ਕਿ ਜਦੋਂ ਇਹ ਜਹਾਜ਼ ਟੇਕ ਆਫ ਲੈ ਰਿਹਾ ਸੀ ਤਾਂ ਇੱਕ ਪੰਛੀ ਉਸ ਸਮੇਂ ਸੱਜੇ ਇੰਜਨ ਦੇ ਨਾਲ ਟਕਰਾ ਗਿਆ ਤੇ ਇਹ ਹਾਦਸਾ ਵਾਪਰ ਗਿਆ। ਇਸ 114 ਟਿਊਟਰ 에ਅਰਕ੍ਰਾਫਟ ਵਿੱਚ 2 ਪਾਇਲਟ ਸਵਾਰ ਸਨ। ਹਾਦਸੇ ਵਿੱਚ ਸਨੋਬਰਡਸ ਦੀ ਪਬਲਿਕ ਅਫੇਅਰਸ ਅਫਸਰ 35 ਸਾਲਾ ਕੈਪਟਨ ਜੈਨੀਫਰ ਕੇਸੀ ਦੀ ਮੌਤ ਹੋਈ ਸੀ ਤੇ ਦੂਜਾ 38 ਸਾਲਾ ਪਾਇਲਟ ਕੈਪਟਨ ਰਿਚਰਡ ਮੈਕਡਗਲ ਜ਼ਖਮੀ ਹੋ ਗਿਆ ਸੀ। BC ਦੀ ਸੂਬਾਈ ਸਿਹਤ ਅਧਿਕਾਰੀ ਨੇ ਚੇਤਾਵਨੀ ਦਿੱਤੀ ਹੈ ਕਿ ਅਜੇ ਵੀ ਕੋਵਿਡ-19 ਵਾਇਰਸ ਸਾਡੇ ਆਸ-ਪਾਸ ਮੌਜੂਦ ਹੈ ਤੇ ਅਸੀਂ ਇਸ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੋਏ। ਪਿਛਲੇ 2 ਦਿਨਾਂ ਵਿੱਚ ਇਸ ਵਾਇਰਸ ਦੇ 24 ਨਵੇਂ ਕੇਸਾਂ ਦੀ ਪੁਸ਼ਟੀ ਹੋਣਾ ਤੇ ਇੱਕ ਮੌਤ ਹੋਣੀ ਇਸ ਗੱਲ ਦਾ ਪ੍ਰਤੱਖ ਸਬੂਤ ਹੈ। ਡਾਕਟਰ ਬੋਨੀ ਹੈਨਰੀ ਨੇ ਦੱਸਿਆ ਹੈ ਕਿ BC ਵਿੱਚ ਹੁਣ ਤੱਕ ਕੋਵਿਡ-19 ਦੇ ਕੁੱਲ 2597 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ 165 ਮੌਤਾਂ ਹੋਈਆਂ ਨੇ। ਸੂਬੇ ਵਿੱਚ ਇਸ ਸਮੇਂ ਵਾਇਰਸ ਦੇ 224 ਸਰਗਰਮ ਕੇਸ ਨੇ। 32 ਮਰੀਜ਼ ਇਸ ਵੇਲੇ ਹਸਪਤਾਲਾਂ ਵਿੱਚ ਦਾਖਲ ਨੇ। ਇਹਨਾਂ ਵਿੱਚੋਂ 5 ICU ਵਿੱਚ ਨੇ। ਇਸ ਦੌਰਾਨ ਪ੍ਰਾਪਤ ਅੰਕੜਿਆਂ ਦੇ ਅਨੁਸਾਰ ਕੈਨੇਡਾ ਭਰ ਵਿੱਚ ਇਸ ਵਾਇਰਸ ਦੇ ਨਾਲ 91,700 ਤੋਂ ਜ਼ਿਆਦਾ ਲੋਕ ਪੀੜਤ ਹੋਏ ਪਏ ਨੇ। 7,326 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। ਕਿਊਬਿਕ ਵਿੱਚ ਸਭ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ, ਜਿੱਥੇ ਤਾਜ਼ਾ ਸਥਿਤੀ ਅਨੁਸਾਰ ਅਜੇ ਵੀ ਕਾਫੀ ਮਾਮਲੇ ਸਰਗਰਮ ਨੇ। ਦੁਨੀਆ ਭਰ ਦੇ ਵਿਗਿਆਨੀ ਕੋਵਿਡ-19 ਦੇ ਇਲਾਜ ਦੀ ਵੈਕਸੀਨ ਬਣਾਉਣ ਵਿੱਚ ਜੁਟੇ ਹੋਏ ਨੇ। ਇਸ ਦੌਰਾਨ ਆਕਸਫੋਰਡ ਯੂਨੀਵਰਸਿਟੀ ਵਿੱਚ ਵੀ ਕੋਰੋਨਾ ਵਾਇਰਸ ਦਾ ਟੀਕਾ ਤਿਆਰ ਕੀਤਾ ਜਾ ਰਿਹਾ ਹੈ। ਇਸ ਟੀਕੇ ਦਾ ਇਸ ਮਹੀਨੇ ਬੱਚਿਆਂ ਤੇ ਟ੍ਰਾਇਲ ਕੀਤਾ ਜਾਵੇਗਾ। ਹੁਣ ਤੱਕ ਬੱਚਿਆਂ ਨੂੰ ਇਸ ਟੀਕੇ ਦੀ ਰਿਸਰਚ ਤੋਂ ਬਾਹਰ ਰੱਖਿਆ ਗਿਆ ਸੀ। ਬਾਲਗਾਂ ਤੇ ਹੋਏ ਇਸ ਦੇ ਟ੍ਰਾਇਲ ਵਿੱਚ ਥੋੜੇ ਬਹੁਤ ਸਾਈਡ ਇਫੈਕਟ ਨਜ਼ਰ ਆਏ ਸਨ। ਜੂਨ ਤੋਂ ਸ਼ੁਰੂ ਹੋ ਰਹੇ ਐਡਵਾਂਸਡ ਸਟੇਜ ਦੇ ਟ੍ਰਾਇਲ ਵਿੱਚ 10,260 ਲੋਕਾਂ ਤੇ ਇਹ ਟੀਕਾ ਪਰੀਖਣ ਕੀਤਾ ਜਾਵੇਗਾ। ਇਸ ਵਿੱਚ 5 ਤੋਂ 12 ਸਾਲ ਤੱਕ ਦੀ ਉਮਰ ਦੇ ਬੱਚੇ ਵੀ ਸ਼ਾਮਲ ਨੇ। ਆਕਸਫੋਰਡ ਯੂਨੀਵਰਸਿਟੀ ਦੇ ਕੋਵਿਡ-19 ਟੀਕੇ ਦੇ ਬੁਲਾਰੇ ਨੇ ਦੱਸਿਆ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਬੱਚਿਆਂ ਤੇ ਦਵਾਈ ਦੇ ਅਸਰ ਦੇ ਬਾਰੇ ਵਿੱਚ ਵੱਖ-ਵੱਖ ਜਾਣਕਾਰੀ ਹਾਸਲ ਕੀਤੀ ਜਾਵੇਗੀ। ਬੱਚਿਆਂ ਨੂੰ ਟ੍ਰਾਇਲ ਵਿੱਚ ਸ਼ਾਮਲ ਕਰਨਾ ਇਸ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਕਈ ਦੇਸ਼ਾਂ ਵਿੱਚ ਸਕੂਲ ਖੁੱਲ੍ਹ ਚੁੱਕੇ ਨੇ ਅਤੇ ਭਾਰਤ ਸਮੇਤ ਕਈ ਦੇਸ਼ ਆਉਣ ਵਾਲੇ ਦਿਨਾਂ ਵਿੱਚ ਸਕੂਲ ਖੁੱਲ੍ਹਣ ਤੇ ਵਿਚਾਰ ਕਰ ਰਹੇ ਨੇ। ਅੱਜ ਦੀ ਨਾਰਥ ਅਮਰੀਕਾ ਨਿਊਜ਼ ਵਿੱਚ ਬਸ ਇੰਨਾ ਹੀ। ਹੁਣ ਤੁਸੀਂ ਮੈਨੂੰ ਮਨਦੀਪ ਕੌਰ ਖਾਲਸਾ ਨੂੰ ਦਿਓ ਆਗਿਆ। ਧੰਨਵਾਦ ਜੀ।